बट ओवरऑल जिहड़ा सीगा जी बिकॉज ਇਹ ਸਾਰੇ ਸਿਨੈਰੀਓ ਦੇ ਨਾਲ ਐਤਕੀ ਜਿਹੜੀ ਪ੍ਰੋਡਕਸ਼ਨ ਹੈਗੀ ਵੂਲਨ ਗਾਰਮੈਂਟਸ ਦੀ ਉਹ ਆਲਮੋਸਟ 40 to 50% ਹੀ ਰਹਿ ਗਈ ਸੀ ਤੇ ਉਹਦੇ ਨਾਲ ਸਾਨੂੰ ਉਮੀਦ ਹੈ ਕਿ ਬਾਹਰਲੇ ਜਿਹੜੇ ਬਾਇਰ ਨੇ ਉਹ ਚਾਈਨਾ ਤੋਂ ਹਟ ਕੇ ਸ਼ਾਇਦ ਇੰਡੀਆ ਵੱਲ ਰੁਕ ਕਰਨਗੇ ਬਟ ਸਾਡੇ ਕੋਲ ਇਨਫਰਾਸਟ੍ਰਕਚਰ ਵੀ ਨਹੀਂ ਹੈ इन द शेप ऑफ कोविड कल किसी होर चीज़ भी आए कि असीं जिवें 40% प्रोडक्शन ते रह गए ये नहीं होनी चाहिए प्रोडक्शन डिस्टर्ब नहीं होनी चाहिए कोविड के दौरान जिन्नी भी स्टॉक मार्केट सी इंटरनेशनल लैवल दियाँ वो सारियाँ मतलब 50% तो भी थले आ गई सब तो पहला तो सर इदा है कि थोड़ा जिहा ना एक धारणा बनी हुई है लुधियाने बारे कि यार इत्थे जो मर्जी बना दो विक जाता है ਤੁਹਾਨੂੰ ਲੱਗਦਾ ਹੈ ਇੰਡੀਆ ਦੇ ਵਿੱਚ ਜਿਹੜੇ ਯੂਨਿਟਸ ਹੈ ਉਹ ਬਹੁਤ ਛੋਟੇ ਵੀ ਹੈ ਤੇ ਬਹੁਤ ਵੱਡੇ ਵੀ ਹੈ ਕਿ ਉਹ ਇਦਾਂ ਦੇ ਸਾਰੇ ਕਰ ਸਕਦੇ ਜਿਹੜਾ ਬੱਚਾ ਇੱਕ ਵਾਰੀ ਜਨਮ ਲੈਂਦਾ ਸਰ ਉਦੋਂ ਛੋਟਾ ਜ਼ਰੂਰ ਹੁੰਦਾ ਬਟ ਸਬਸੀਕੁਐਂਟਲੀ ਉਹਨੇ ਵੱਡਾ ਤਾਂ ਹੋਣਾ ਹੀ ਹੈ ਜੀ ਜਨ ਜਨ ਕੀ ਬਾਤ ਜਨ ਹਿਤੈਸ਼ੀ ਕੇ ਸਾਥ ਦੋਸਤੋ ਕੋਵਿਡ ਦੇ ਦੌਰ ਤੋਂ ਬਾਅਦ ਹੁਣ ਦੁਨੀਆ ਇੱਕ ਵਾਰੀ ਵਾਪਸ ਜਿਹੜੇ ਹੈ ਨਾਰਮਲ ਉਸ 'ਚ ਜਾ ਰਹੀ ਹੈ ਆਵਾਮ 'ਚ ਜਾ ਰਹੀ ਹੈ ਨਾਰਮਲ ਹੁੰਦੀ ਨਜ਼ਰ ਆ ਰਹੀ ਹੈ ਤੇ ਇਹ ਸਾਰਿਆਂ ਦੇ ਵਿੱਚ ਜਿਹੜਾ ਹਾਲਾਂਕਿ ਕੋਵਿਡ ਗਿਆ ਨਹੀਂ ਹੈ ਪਰ 80 to 90% ਲੋਕ ਜਿਹੜੇ ਰਿਲੈਕਸ ਹੋ ਗਏ ਆਪਣੇ ਆਪਣੇ ਕੰਮ ਤੇ ਵਾਪਸ ਆ ਗਏ ਰੂਟੀਨ ਵਾਪਸ ਆਉਂਦੀ ਨਜ਼ਰ ਆ ਰਹੀ ਹੈ ਪਰ ਕੋਵਿਡ ਦੇ ਇਸ ਦੌਰ ਨੇ ਲੋਕਾਂ ਨੂੰ ਬਹੁਤ ਸਾਰੇ ਬਿਜ਼ਨੈਸਿਸ ਨੂੰ ਬੜੇ ਡਿਫਰੈਂਟ ਤਰੀਕੇ ਨਾਲ ਸ਼ੇਪ ਦਿੱਤੀ ਹੈ ਨਵੇਂ ਵਿਜ਼ਨ ਆ ਗਏ ਨਵੀਂ ਚੀਜ਼ਾਂ ਇੰਨੀ ਤਬਦੀਲੀਆਂ ਦੇਖਣ ਨੂੰ ਮਿਲੀਆਂ ਕਿ ਸ਼ਾਇਦ ਜਿਹੜੀ ਅਸੀਂ ਕਿਸੇ ਵੀ ਲੋਕਾਂ ਨੇ ਸੋਚੀ ਵੀ ਨਹੀਂ ਸੀ ਉਹ ਜਿਹੀ ਚੀਜ਼ਾਂ ਸਾਨੂੰ ਕਰਨੀਆਂ ਪੈ ਰਹੀਆਂ ਇਹ ਸਾਰੇ ਸੈਕਟਰ 'ਚ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਹੌਜ਼ਰੀ ਇੰਡਸਟਰੀ ਦੇ ਵਿੱਚ ਕਿ ਹੌਜ਼ਰੀ ਅਤੇ ਨਿਟਡ ਇੰਡਸਟਰੀ ਦਾ ਕੀ ਆਵਾਮ ਹੈ ਕਿੱਦਾਂ ਦੀ ਇਹਨਾਂ ਨੂੰ ਪਰੇਸ਼ਾਨੀਆਂ ਪਿੱਛੇ ਝੇਲਣੀਆਂ ਪਈਆਂ ਅਤੇ ਫਿਊਚਰ ਇਹਦੇ ਵਿੱਚ ਹੁਣ ਕੀ ਤਬਦੀਲੀਆਂ ਦੇਖਣ ਨੂੰ ਮਿਲਣੀਆਂ ਪੈਣਗੀਆਂ ਲੋਕਾਂ ਨੂੰ ਕਿੱਦਾਂ ਵਪਾਰ ਕਰਨਾ ਪਏਗਾ ਅਤੇ ਗੱਲਬਾਤ ਕਰਨ ਪਹੁੰਚੇ ਹੈ ਅਸੀਂ ਐਕਸਪਰਟ ਹੈਗੇ ਹੈ ਗੁਰਪ੍ਰੀਤ ਜੀ ਜਿਹੜੇ ਗੁਰਪ੍ਰੀਤ ਸਿੰਘ ਜੀ ਨਿਟ ਸਟੂਡੀਓ ਦੇ ਡਾਇਰੈਕਟਰ ਹੈਗੇ ਗੁਰਪ੍ਰੀਤ ਸਿੰਘ ਜੀ ਅਤੇ ਇਹਨਾਂ ਨੂੰ ਪੁੱਛਦੇ ਆ ਕਿ ਕੀ ਦੇਖਦੇ ਆ ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਕੰਮ ਕਰਦੇ ਸੋ ਇਹਨਾਂ ਦੇ ਜਿਹੜੀ ਐਕਸਪੀਰੀਅੰਸ ਹੋ ਜਾਂਦੀ ਹੈ ਉਹ ਪੂਰੀ ਇੰਡਸਟਰੀ ਲਈ ਕਾਫੀ ਇੰਪੋਰਟੈਂਸ ਹੋ ਸਕਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਇੱਕ ਗੱਲ ਦੱਸੋ ਤੁਸੀਂ ਇੰਟਰਨੈਸ਼ਨਲ ਲੈਵਲ 'ਤੇ ਕੰਮ ਕਰਦੇ ਹੋ ਇਸ ਕੋਵਿਡ ਦੇ ਦੌਰਾਨ 'ਚ ਕੀ ਨਵੇਂ ਐਕਸਪੀਰੀਅੰਸਿਸ ਰਹੇ ਹੌਜ਼ਰੀ ਅਤੇ ਇਸ ਗਾਰਮੈਂਟ ਇੰਡਸਟਰੀ ਲਈ ਸਰ ਡਿਊਰਿੰਗ ਕੋਵਿਡ ਪਹਿਲਾਂ ਤਾਂ ਬੜੀ ਅਨਸਰਟਨਟੀ ਸੀਗੀ ਵੀ ਵਰ ਨਾਟ ਫੀਲਿੰਗ ਲਾਈਕ ਕਿ ਬਹੁਤ ਜ਼ਿਆਦਾ ਪ੍ਰੋਡਕਸ਼ਨ ਕਰਨੀ ਚਾਹੀਦੀ ਹੈ ਜਾਂ ਅਸੀਂ ਇਸ ਸਾਲ ਕਿਸ ਤਰ੍ਹਾਂ ਦਾ ਮਾਲ ਬਣਾਈਏ ਜਿਹੜਾ ਅੱਗੋਂ ਕਸਟਮਰ ਲੈ ਪਾਏ ਜਾਂ ਬਿਕੋਜ਼ ਕੋਵਿਡ ਦੇ ਨਾਲ ਗਵਰਨਮੈਂਟ ਦੇ ਕੁਝ ਰਿਸਟ੍ਰਿਕਸ਼ਨਸ ਵੀ ਸੀਗੀਆਂ ਕਿ ਵਿਆਹ ਸ਼ਾਦੀ ਨਹੀਂ ਹੋਣਗੇ ਤਾਂ ਉਹਦੇ ਵਿੱਚ ਜ਼ਿਆਦਾ ਫੈਂਸੀ ਆਈਟਮਸ ਜਿਹੜੀਆਂ ਸੀਗੀਆਂ ਉਹਨਾਂ ਦੀ ਡਿਮਾਂਡ ਘੱਟ ਰਹਿਣ ਦੀ ਉਮੀਦ ਸੀਗੀ ਬਟ ਓਵਰਆਲ ਜਿਹੜਾ ਸੀਗਾ ਜੀ ਬਿਕੋਜ਼ ਇਹ ਸਾਰੇ ਸਿਨੈਰੀਓ ਦੇ ਨਾਲ ਐਤਕੀ ਜਿਹੜੀ ਪ੍ਰੋਡਕਸ਼ਨ ਹੈਗੀ ਵੂਲਨ ਗਾਰਮੈਂਟਸ ਦੀ ਉਹ ਆਲਮੋਸਟ 40 to 50% ਹੀ ਰਹਿ ਗਈ ਸੀ ਅਤੇ ਉਹਦੇ ਕਰਕੇ ਜਿਹੜਾ ਵੀ ਮਾਲ ਬਣਿਆ ਸੀਗਾ ਫੋਰਚੂਨੇਟਲੀ ਰੱਬ ਨੇ ਸਾਥ ਦਿੱਤਾ ਸਾਰਿਆਂ ਦਾ ਅਤੇ ਉਹਦੇ ਨਾਲ ਇਹ ਹੈ ਕਿ ਆਲਮੋਸਟ ਮੇਰਾ ਖਿਆਲ ਹੈ ਮੈਨੂਫੈਕਚਰਰ ਜਿੰਨੇ ਵੀ ਲੁਧਿਆਣੇ ਦੇ ਹੈਗੇ ਹੈ ਉਹਨਾਂ ਸਾਰਿਆਂ ਦਾ ਸਟਾਕ ਨਾ ਇਟਸ ਆਲਮੋਸਟ ਕਲੀਅਰਡ ਬਟ ਇਹਦੇ ਨਾਲ ਇੱਕ ਚੀਜ਼ ਹੋਰ ਸਮਝ ਆ ਰਹੀ ਹੈ ਕਿ ਅਗਰ ਅਸੀਂ ਬਿਕੋਜ਼ ਕੋਵਿਡ ਕਰਕੇ ਦੇਰ ਇਜ਼ ਅ ਨੈਗੇਟਿਵਿਟੀ ਫॉर ਚਾਈਨਾ ਇਨ ਦ ਇੰਟਰਨੈਸ਼ਨਲ ਮਾਰਕੀਟ ਅਤੇ ਉਹਦੇ ਨਾਲ ਸਾਨੂੰ ਉਮੀਦ ਹੈ ਕਿ ਬਾਹਰਲੇ ਜਿਹੜੇ ਬਾਇਰ ਨੇ ਉਹ ਚਾਈਨਾ ਤੋਂ ਹਟ ਕੇ ਸ਼ਾਇਦ ਇੰਡੀਆ ਵੱਲ ਰੁਕ ਕਰਨਗੇ ਬਟ ਸਾਡੇ ਕੋਲ ਇਨਫਰਾਸਟ੍ਰਕਚਰ ਵੀ ਨਹੀਂ ਹੈ ਸਾਡੇ ਕੋਲ ਅਗਰ ਆਪਾਂ ਕਹੀਏ ਕਿ ਫਲਾਈਟਸ ਦਾ ਉਹਨਾਂ ਅਰੇਂਜਮੈਂਟ ਨਹੀਂ ਹੈ ਕਿ ਬਾਇਰ ਆ ਕੇ ਕੰਫਰਟੇਬਲੀ ਸਾਡੇ ਕੋਲ ਇੱਥੇ ਆਪਣਾ ਬਾਇੰਗ ਕਰ ਸਕੇ ਉਹ ਸਾਰਾ ਕੁਝ ਡਿਵੈਲਪ ਹੋਣ ਨੂੰ ਹਾਲੇ ਟਾਈਮ ਲੱਗੇਗਾ ਬਟ ਡੈਫੀਨੇਟਲੀ ਡੋਮੈਸਟਿਕ ਦੇ ਲੈਵਲ 'ਤੇ ਵੀ ਸਾਨੂੰ ਹੁਣ ਜਿਹੜਾ ਹੈ ਆਪਣੇ ਆਪ ਨੂੰ ਗੇਅਰ ਅਪ ਕਰਨਾ ਪਏਗਾ ਕਿ ਬਿਕੋਜ਼ ਅੱਗੇ ਕੀ ਸੀਗਾ ਜੀ ਕਿ ਰੈਡੀਮੇਡ ਗਾਰਮੈਂਟ ਕਾਫੀ ਆਉਂਦਾ ਸੀਗਾ ਬਾਹਰੋਂ ਹੁਣ ਉਹਦੇ ਉੱਤੇ ਵੀ ਕਾਫੀ ਹੱਦ ਤੱਕ ਲਗਾਮ ਲੱਗਣ ਦੀ ਆਸਾਰ ਹੈਗੇ ਨੇ ਅਤੇ ਉਹਦੇ ਵਿੱਚ ਇਹ ਹੈ ਕਿ ਸਾਨੂੰ ਆਪਣਾ ਇਨਫਰਾ ਹੋਰ ਵੱਡਾ ਕਰਨਾ ਪਏਗਾ ਫੈਕਟਰੀਆਂ ਦਾ ਸਾਈਜ਼ ਵੱਡਾ ਕਰਨਾ ਪਏਗਾ ਪ੍ਰੋਡਕਸ਼ਨ ਹੋਰ ਬੈਟਰ ਕਰਨੀ ਪਏਗੀ ਤਾਂ ਕਿ ਅਸੀਂ ਆਪਣੇ ਆਪ ਨੂੰ ਇੱਕ ਨਵੇਂ ਮੁਕਾਮ 'ਤੇ ਲਿਜਾ ਸਕੀਏ ਔਰ ਮੋਰ ਕੰਪੀਟੀਸ਼ਨ ਨੂੰ ਫਾਈਟ ਕਰ ਸਕੀਏ ਮਤਲਬ ਤੁਸੀਂ ਕਹਿਣ ਦਾ ਮਤਲਬ ਹੈ ਕਿ ਜਿੱਦਾਂ ਇਸ ਵਾਰੀ ਅਨਸਰਟਨਟੀ ਇੱਕ ਪ੍ਰੋਬਲਮ ਆ ਗਈ ਇਨ ਦਾ ਸ਼ੇਪ ਆਫ ਕੋਵਿਡ ਕੱਲ ਨੂੰ ਕਿਸੇ ਹੋਰ ਚੀਜ਼ 'ਚ ਵੀ ਆਵੇ ਅਤੇ ਅਸੀਂ ਜਿਵੇਂ 40% ਪ੍ਰੋਡਕਸ਼ਨ 'ਤੇ ਰਹਿ ਗਏ ਇਹ ਨਹੀਂ ਹੋਣੀ ਚਾਹੀਦੀ ਪ੍ਰੋਡਕਸ਼ਨ ਡਿਸਟਰਬ ਨਹੀਂ ਹੋਣੀ ਚਾਹੀਦੀ ਡੈਫੀਨੇਟਲੀ ਅਤੇ ਇਸ ਕੋਵਿਡ ਤਾਂ ਦੇਖੋ ਪੂਰੇ ਵਰਲਡ ਦੇ ਵਿੱਚ ਆਇਆ ਐਸੇ ਦੌਰ 'ਚ ਚਾਈਨਾ ਨੂੰ ਨਹੀਂ ਕੀ ਪ੍ਰੋਬਲਮ ਆਈ ਪ੍ਰੋਡਕਸ਼ਨ ਦੀ ਨਹੀਂ ਸਰ ਉਹਨਾਂ ਨੂੰ ਚਾਈਨਾ ਨੂੰ ਵੀ ਪ੍ਰੋਬਲਮ ਆਈ ਸੀ ਬਟ ਉਹਨਾਂ ਦਾ ਜਿਹੜਾ ਗਵਰਨਮੈਂਟ ਦਾ ਜਿਹੜਾ ਸਟਰਕਚਰ ਹੈਗਾ ਟੂ ਕੰਟਰੋਲ ਐਵਰੀਥਿੰਗ ਦੈਟ ਇਜ਼ ਮਚ ਮੋਰ ਐਡਵਾਂਸ ਦੈਨ ਅਸ
ਤੇ ਉਹਨਾਂ ਨੇ ਮੇਰੇ ਖਿਆਲ ਨਾਲ ਕੋਵਿਡ ਨੂੰ ਕਾਫੀ ਜਲਦੀ ਜਿਹੜਾ ਸੀਗਾ ਕੰਟਰੋਲ ਕਰ ਲਿਆ ਸੀਗਾ, ਔਰ ਉਹਨਾਂ ਦੇ ਫਿਗਰਸ ਆਪਾਂ ਚੈੱਕ ਕਰਦੇ ਹਾਂ ਤਾਂ ਟੋਟਲੀ 80,000 ਦੇ ਉੱਤੇ ਜਾਂ 85,000 ਤੇ ਉਹ ਖਤਮ ਹੋ ਗਿਆ ਸੀ ਉਹਨਾਂ ਦਾ। ਇੱਕ ਚੀਜ਼ ਹੋਰ ਕਹੀ ਜਾ ਰਹੀ ਹੈ ਬਾਜ਼ਾਰ ਦੇ ਵਿੱਚ ਕਿ ਜਿਵੇਂ ਚਾਈਨਾ ਨੇ, ਇੰਡੀਆ ਨੇ ਜਿੱਥੇ ਕਿ ਬਹੁਤ ਸਾਰੇ ਲਾਸਿਸ ਕੀਤੇ ਉਹ ਕੋਵਿਡ ਦੇ ਵਿੱਚ, ਚਾਈਨਾ ਨੇ ਆਪਣੀ ਜਿਹੜੀ ਇਕਨੋਮੀ ਸੀ ਉਹ ਡਬਲ ਕਰ ਲਈ। ਇਹ ਕੀ ਇਦਾਂ ਦੀ ਗੱਲਾਂ ਹੈਗੀਆਂ? ਸਰ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ, ਬਟ ਹਾਂ ਹਰ ਇੱਕ ਬੰਦੇ ਦੀ ਆਪਣੀ ਇੱਕ ਵਿਊ ਹੈਗਾ। ਮੇਰੇ ਹਿਸਾਬ ਨਾਲ ਚਾਈਨਾ ਵਾਸ ਟਰਾਈਂਗ ਟੂ ਮੈਨੀਪੂਲੇਟ ਸਮਥਿੰਗ। ਓਕੇ, ਦੈਟ ਇਜ਼ ਫॉर ਸ਼ੋਰ, ਬਿਕਾਜ਼ ਉਹਨਾਂ ਨੇ ਦੇਖੋ ਕੋਵਿਡ ਦੇ ਦੌਰਾਨ ਜਿੰਨੀ ਵੀ ਸਟਾਕ ਮਾਰਕੀਟ ਸੀਗੀ ਇੰਟਰਨੈਸ਼ਨਲ ਲੈਵਲ ਦੀਆਂ, ਉਹ ਸਾਰੀਆਂ ਮਤਲਬ 50% ਤੋਂ ਵੀ ਥੱਲੇ ਆ ਗਈਆਂ ਸੀਗੀਆਂ। ਐਂਡ ਚਾਈਨੀਜ਼ ਜਿਹੜੇ ਸੀਗੇ ਦੇ ਵਰ ਟਰਾਈਂਗ ਟੂ ਬਾਏ ਦ ਸਟਾਕਸ ਇਨ ਦ ਇੰਟਰਨੈਸ਼ਨਲ ਮਾਰਕੀਟ। ਉਹ ਗੱਲ ਵੱਖਰੀ ਹੈ ਕਿ ਜਿਸ ਤਰ੍ਹਾਂ UK ਨੇ, US ਨੇ ਔਰ ਆਸਟ੍ਰੇਲੀਆ ਨੇ ਚਾਈਨੀਜ਼ ਇਨਵੈਸਟਰਸ ਨੂੰ ਬੈਨ ਕਰ ਦਿੱਤਾ ਸੀਗਾ ਕਿ ਉਹ ਇੱਥੋਂ ਸਟਾਕ ਨਾ ਖਰੀਦ ਪਾਉਣ, ਬਟ ਅਲਟੀਮੇਟਲੀ ਚਾਈਨਾ ਵੱਲੋਂ ਕੋਸ਼ਿਸ਼ ਹੋਈ ਸੀਗੀ ਕਿ ਸਟਾਕਸ ਨੂੰ ਟੇਕ ਓਵਰ ਕੀਤਾ ਜਾਏ। ਨਹੀਂ, ਮੇਰੇ ਕਹਿਣ ਦਾ ਮਤਲਬ, ਚਲੋ ਸਟਾਕ ਵਾਲੀ ਗੱਲ ਤੁਸੀਂ ਸਾਨੂੰ ਜਾਣਕਾਰੀ ਦੇਤੀ, ਮੇਰੇ ਕਹਿਣ ਦਾ ਮਤਲਬ ਇਨੋਵੇਸ਼ਨ ਦੇ ਵਿੱਚ ਸੀਗੀ ਜਾਂ ਆਪਣੇ ਆਪ ਨੂੰ ਤਿਆਰ ਕਰਨ ਲਈ, ਬਿਕੋਜ਼ ਓਪਰਚੁਨਿਟੀ ਤਾਂ ਸਭ ਨੂੰ ਮਿਲੀ, ਇਹ ਕੋਵਿਡ ਨੇ ਸਭ ਨੂੰ ਕੁਛ ਨਾ ਕੁਛ ਲੈਸਨ ਦਿੱਤਾ। ਸੋ ਇੰਡੀਅਨ ਇੰਡਸਟਰੀ ਨੂੰ ਕੀ ਸਬਕ ਲੈਣਾ ਚਾਹੀਦਾ ਇਹਦੇ ਤੋਂ? ਤੇ ਚਾਈਨਾ ਨੇ, ਜਦ ਕਿ ਮੈਨੂੰ ਜਿੱਥੇ ਤੱਕ ਸੰਗਿਆਨ ਹੈ ਉਹਦੇ ਵਿੱਚ ਇਹੀ ਦੱਸਿਆ ਗਿਆ ਕਿ ਚਾਈਨਾ ਨੇ ਇੰਨੀ ਕੁ ਇਨੋਵੇਸ਼ਨ ਹੋਰ ਕਰ ਲਈ ਕੋਵਿਡ ਦੇ ਵਿੱਚ ਵੀ ਕਿ ਜਿਹੜੀ ਅਸੀਂ ਲੋਕੀ ਸੋਚ ਹੀ ਨਹੀਂ ਸਕਦੇ। ਡੈਫੀਨੇਟਲੀ ਉਹਨਾਂ ਦੀ ਵਰਕਿੰਗ ਜਿਹੜੀ ਹੈ ਜੀ ਉਹ ਸਾਡੇ ਨਾਲੋਂ ਜ਼ਿਆਦਾ ਐਡਵਾਂਸ ਹੈਗੀ, ਇਸ ਗੱਲ 'ਚ ਆਪਾਂ ਡਿਨਾਈ ਨਹੀਂ ਕਰ ਸਕਦੇ। ਹਾਂ, ਲੇਕਿਨ ਅਸੀਂ ਲੋਕ ਮੈਂ ਸਮਝਦਾ ਕਿ ਮਿਹਨਤੀ ਜ਼ਿਆਦਾ ਹੈਗੇ ਆ ਉਹਨਾਂ ਨਾਲੋਂ ਜੀ, ਤੇ ਬਟ ਸਟਿਲ ਕਿਉਂਕਿ ਦੇ ਵਰ ਏਬਲ ਟੂ ਕੰਟਰੋਲ ਦ ਕੋਵਿਡ ਇਨ ਅ ਵੈਰੀ ਸ਼ਾਰਟ ਸਪੈਨ ਆਫ ਟਾਈਮ। ਬਹੁਤ ਛੇਤੀ ਉਹਨਾਂ ਨੇ ਕੰਟਰੋਲ ਕਰ ਰਿਹਾ ਸੀਗਾ, ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਆਪਣੇ ਆਪ ਨੂੰ ਹੋਰ ਬੈਟਰ ਵੇ 'ਚ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ, ਬਿਕੋਜ਼ ਦੇ ਵਰ ਆਲਸੋ ਸਫਰਿੰਗ ਸਮ ਲਾਸਿਸ। ਤੇ ਅਲਟੀਮੇਟਲੀ ਜਦੋਂ ਬੰਦਾ ਥੋੜ੍ਹਾ ਜਿਹਾ ਕੰਮ ਤੋਂ ਘਟਦਾ ਹੈ ਜਾਂ ਉਹਦੇ ਕੋਲ ਕੰਮ ਘਟ ਜਾਂਦਾ ਹੈ ਤੇ ਉਹਦੇ ਕੋਲ ਐਕਸਟਰਾ ਟਾਈਮ ਹੁੰਦਾ ਤਾਂ ਦੇ ਟਰਾਈ ਟੂ ਇਨੋਵੇਟ ਨਿਊ ਥਿੰਗਸ। ਮੈਂ ਵੀ ਸੋਚਾਂਗਾ ਮੇਰੇ ਕੋਲ ਕਸਟਮਰ ਅਗਰ ਘੱਟ ਆ ਰਿਹਾ ਤਾਂ ਮੈਂ ਨਵੀਆਂ ਚੀਜ਼ਾਂ ਬਣਾਵਾਂ। ਤੇ ਹੁਣ ਤੁਸੀਂ ਕੀ ਸੋਚਦੇ ਇਸ ਪੂਰੇ ਕੋਵਿਡ ਦੇ ਦੌਰ ਦੇ ਵਿੱਚ ਅਲਟੀਮੇਟਲੀ ਤੁਸੀਂ ਲੋਕਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਕਿ ਫਿਊਚਰ ਜਿਹੜਾ ਇਸ ਇੰਡਸਟਰੀ ਦੇ ਵਿੱਚ ਜਿਹੜੇ ਵੀ ਹੌਜ਼ਰੀ 'ਚ ਹੈ, ਚਾਹੇ ਉਹ ਛੋਟਾ ਹੈ ਜਾਂ ਵੱਡਾ ਹੈ, ਉਹ ਆਪਣੇ ਆਪ ਨੂੰ ਕਿੱਦਾਂ ਟਿਕਾ ਕੇ ਰੱਖਣ, ਤੇ ਜੇ ਓਪਰਚੁਨਿਟੀਜ਼ ਕੋਈ ਆਈਆਂ ਇੰਟਰਨੈਸ਼ਨਲ ਮਾਰਕੀਟ ਤੋਂ ਜਾਂ ਕੋਈ ਕਿਸੇ ਵੀ ਤਰੀਕੇ ਦੀ ਕਿਸੇ ਨੂੰ ਵੀ ਮਿਲ ਰਹੀ ਹੈ, ਉਹਨੂੰ ਕਿੱਦਾਂ ਗ੍ਰੈਬ ਕੀਤਾ ਜਾ ਸਕਦਾ? ਸਭ ਤੋਂ ਪਹਿਲਾਂ ਤਾਂ ਸਰ ਇੱਦਾਂ ਹੈ ਕਿ ਥੋੜ੍ਹਾ ਜਿਹਾ ਨਾ ਇੱਕ ਧਾਰਨਾ ਬਣੀ ਹੋਈ ਹੈ ਲੁਧਿਆਣੇ ਬਾਰੇ ਕਿ ਯਾਰ ਇੱਥੇ ਜੋ ਮਰਜ਼ੀ ਬਣਾ ਦਿਓ ਵਿਕ ਜਾਂਦਾ ਹੈ ਜੀ। ਉਹ ਧਾਰਨਾ ਖਤਮ ਕਰਨੀ ਪਏਗੀ। ਆਪਣੇ ਆਪ ਨੂੰ ਅਗਰ ਮੈਂ ਸੋਚਦਾ ਮੇਰੇ ਕੋਲ ਕੱਲ੍ਹ ਨੂੰ ਮੇਰੇ ਕੋਲ ਅਗਰ ਯੂਰਪ ਤੋਂ ਕੋਈ ਬਾਇਰ ਆਉਂਦਾ ਜਾਂ ਮੇਰੇ ਕੋਲ US ਤੋਂ ਕੋਈ ਬਾਇਰ ਆਉਂਦਾ, ਅਗਰ ਮੇਰੇ ਫੈਕਟਰੀ ਦਾ ਸਟਾਫ ਜਿਹੜਾ ਹੈਗਾ ਅਗਰ ਉਹ ਇਹ ਚੀਜ਼ ਪੜ੍ਹਿਆ ਹੋਇਆ ਹੈ ਕਿ ਜੋ ਹੈ ਵਿਕ ਜਾਏਗਾ, ਤੇ ਸਰ ਉਹ ਮੈਂ ਉਹਨੂੰ ਕੇਟਰ ਹੀ ਨਹੀਂ ਕਰ ਪਾਵਾਂਗਾ। ਮੈਂ ਅੱਜ ਤੋਂ ਹੀ ਸਾਨੂੰ ਆਪਣੇ ਫੈਕਟਰੀ ਦਾ ਡਿਸਪਲਿਨ ਜਾਂ ਆਪਣੇ ਵਰਕਰਸ ਦਾ ਜਿਹੜਾ ਮਾਈਂਡਸੈਟ ਹੈ ਉੱਦਾਂ ਦਾ ਬਣਾਉਣਾ ਪਏਗਾ, ਕਲਚਰ ਬਣਾਉਣਾ ਪਏਗਾ ਕਿ ਯਾਰ ਹਾਂ ਆਹ ਕੁਆਲਿਟੀ ਇੱਦਾਂ ਹੀ ਚਾਹੀਦੀ ਹੈ। ਸੋ ਮੋਰ ਤੁਹਾਨੂੰ ਲੱਗਦਾ ਹੈ ਸਾਨੂੰ ਵੀ ਚਾਈਨਾ ਦੀ ਤਰ੍ਹਾਂ ਬਹੁਤ ਜ਼ਿਆਦਾ ਇਨੋਵੇਸ਼ਨ ਹਰ ਵੇਲੇ ਉਸ 'ਚ ਤਿਆਰ ਰਹਿਣਾ ਪਏਗਾ ਤੇ ਵਰਕ ਕਲਚਰ ਇੱਦਾਂ ਦਾ ਡਿਵੈਲਪ ਕਰਨਾ ਪਏਗਾ? ਡੈਫੀਨੇਟਲੀ ਉਹ ਕਰਨਾ ਹੀ ਪਏਗਾ ਸਰ। ਹੁਣ ਜਿਸ ਤਰ੍ਹਾਂ ਸਾਡਾ R&D ਡਿਪਾਰਟਮੈਂਟ ਤੁਸੀਂ ਦੇਖ ਰਹੇ ਹੋ ਇੱਥੇ ਨਾਲ ਹੈਗਾ, ਅਸੀਂ 3 ਮਸ਼ੀਨਾਂ ਜਸਟ ਫॉर ਸੈਂਪਲਿੰਗ ਐਂਡ ਟ੍ਰੇਨਿੰਗ ਪਰਪਸ ਲਈ ਲਾਈਆਂ ਹੋਈਆਂ ਨੇ, ਜਿੱਥੇ ਅਸੀਂ ਨਵਾਂ ਸਟਾਫ ਟ੍ਰੇਨ ਕਰਦੇ ਹਾਂ। ਪਹਿਲਾਂ ਉਹਨੂੰ ਡਾਇਰੈਕਟ ਪ੍ਰੋਡਕਸ਼ਨ ਲਾਈਨ ਦੇ ਵਿੱਚ ਖੜਾ ਨਹੀਂ ਕਰਦੇ, ਪਹਿਲਾਂ ਇੱਥੇ ਟ੍ਰੇਨ ਕਰਦੇ ਹਾਂ ਪਲੱਸ ਆਪਣੀ ਸੈਂਪਲਿੰਗ ਕਰਦੇ ਹਾਂ, ਔਰ ਟ੍ਰੇਨਿੰਗ ਤੋਂ ਬਾਅਦ ਹੀ ਉਹ ਪ੍ਰੋਡਕਸ਼ਨ ਲਾਈਨ 'ਚ ਖੜਦਾ ਜਾ ਕੇ। ਇੱਕ ਲੇਬਰ ਦੀ ਗੱਲ ਕਰ ਰਹੇ ਹੋ ਤੁਸੀਂ? ਯੈਸ। ਸੋ ਤੁਹਾਨੂੰ ਲੱਗਦਾ ਹੈ ਇੰਡੀਆ ਦੇ ਵਿੱਚ ਜਿਹੜੇ ਯੂਨਿਟਸ ਹੈ ਉਹ ਬਹੁਤ ਛੋਟੇ ਵੀ ਹੈ ਤੇ ਬਹੁਤ ਵੱਡੇ ਵੀ ਹੈ, ਕਿ ਉਹ ਇੱਦਾਂ ਦੇ ਸਾਰੇ ਕਰ ਸਕਦੇ? ਸਰ ਛੋਟੇ ਨੂੰ ਇੱਕ ਦਿਨ ਤਾਂ ਵੱਡਾ ਹੋਣਾ ਹੀ ਪੈਂਦਾ ਜੀ। ਜੇ ਵੱਡਾ ਹੋਣਾ ਤਾਂ ਬੇਸਿਕਲੀ ਉਹਨੂੰ ਇੱਦਾਂ ਦੀ ਹੈਬਿਟਸ ਅਡਾਪਟ ਕਰਨੀ, ਡੈਫੀਨਿਟਲੀ ਉਹ ਕਰਨੀਆਂ ਹੀ ਪੈਣਗੀਆਂ। ਜਿਹੜਾ ਬੱਚਾ ਇੱਕ ਵਾਰੀ ਜਨਮ ਲੈਂਦਾ ਸਰ ਉਦੋਂ ਛੋਟਾ ਜ਼ਰੂਰ ਹੁੰਦਾ, ਬਟ ਸਬਸੀਕੁਐਂਟਲੀ ਉਹਨੇ ਵੱਡਾ ਤਾਂ ਹੋਣਾ ਹੀ ਹੈ ਜੀ। ਜੇ ਉਹ ਵੱਡਾ ਹੋਏਗਾ ਤਾਂ ਹੀ ਅੱਗੇ ਚੱਲ ਪਾਏਗਾ ਜ਼ਿੰਦਗੀ 'ਚ। ਤੇ ਮੈਨੂੰ ਇੱਕ ਗੱਲ ਆਖਰੀ ਕੁਐਸਚਨ ਹੈਗਾ ਕਿ ਇਸ ਵਾਰੀ ਕੀ ਟ੍ਰੈਂਡ ਰਿਹਾ? ਤੁਸੀਂ ਇਸ ਵਾਰੀ ਜਿਹੜਾ ਆਪਣਾ ਨਿਟ ਸਟੂਡੀਓ ਦੇ ਵਿੱਚ ਨੀਟਿੰਗ ਵੀ ਕੀਤੀ, ਜਾਂ ਤੁਸੀਂ ਲੋਕਾਂ ਨਾਲੋਂ ਕਿੱਦਾਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਡਿਫਰੈਂਟ ਕਰਕੇ ਪ੍ਰੈਜ਼ੈਂਟ ਕਰ ਰਹੇ ਹੋ ਪਬਲਿਕਲੀ, ਜਿਹਦੇ ਕਰਕੇ ਤੁਹਾਡੀ ਅਸੈਪਟੇਬਿਲਿਟੀ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ? ਸਰ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਅਸੀਂ ਵੀ ਆਰ ਕੇਟਰਿੰਗ ਦ ਥਿੰਗਸ ਇਨ ਮੋਰ ਆਫ ਫਾਈਨ ਗੇਜਸ। ਜਿਹੜੀਆਂ ਫਾਈਨ ਗੇਜਾਂ ਨੇ ਉਹਦਾ ਮਾਲ ਬਣਾ ਰਹੇ ਹਾਂ, ਯਾਨ ਅਸੀਂ ਕੁਝ ਇੰਪੋਰਟ ਵੀ ਕਰ ਰਹੇ ਹਾਂ ਜੀ, ਕੁਝ ਡੋਮੈਸਟਿਕ ਚੋਂ ਵੀ ਲੈ ਰਹੇ ਹਾਂ, ਔਰ ਪਲੱਸ
ਉਸ ਤੋਂ ਇਲਾਵਾ ਜਿੰਨਾ ਕਿ ਸੈਂਪਲਿੰਗ ਦੇ ਉੱਤੇ ਸਾਡਾ ਡਿਜ਼ਾਈਨਰਸ ਦੀ ਟੀਮ ਬੈਠੀ ਹੋਈ ਹੈ ਉਹ ਜਿਹੜਾ ਕੰਮ ਕਰ ਰਹੀ ਹੈ, ਪਲੱਸ ਮੇਰਾ ਭਾਂਜਾ ਹੈਗਾ ਜੀ, ਹੀ ਟੇਕਸ ਕੇਅਰ ਆਫ ਐਵਰੀਥਿੰਗ। ਤੇ ਡੈਫੀਨੇਟਲੀ ਜੇ ਕੋਈ ਆਪਾਂ ਅੱਛਾ ਕੁਆਲਿਟੀ ਅੱਛੇ ਮਨ ਨਾਲ ਬਣਾਉਂਦੇ ਹਾਂ ਤਾਂ ਉਹਦੀ ਐਕਸੈਪਟੇਬਿਲਿਟੀ ਬਾਜ਼ਾਰ 'ਚ ਆਉਂਦੀ ਹੈ ਜੀ। ਇੱਕ ਸਰ ਚਾਈਨਾ ਦੇ ਲਈ ਪਰਸੈਪਸ਼ਨ ਬਣੀ ਹੋਈ ਹੈ ਕਿ ਚਾਈਨਾ ਦੇ ਵਿੱਚ ਕਿਸੇ ਵੀ ਰੇਟ 'ਚ ਕੋਈ ਵੀ ਮਾਲ ਅਵੇਲੇਬਲ ਹੋ ਜਾਂਦਾ, ਕਿ ਤੁਸੀਂ ਕੁਝ ਵੀ ਚਾਹੀਦਾ ਫੈਸ਼ਨੇਬਲ ਪ੍ਰੋਡਕਟ ਉਹ ਕਿਸੇ ਵੀ ਰੇਟ 'ਚ ਹੋ ਜਾਂਦਾ। ਬੇਸਿਕਲੀ ਮਤਲਬ ਆਮ ਜਨਤਾ ਦੀ ਗੱਲ ਕਰੀਏ ਤਾਂ ਉਹਦੇ ਦਿਮਾਗ 'ਚ ਬਹੁਤ ਸਾਰੀ ਪਰਸੈਪਸ਼ਨ ਹੀ ਹੈ ਕਿ ਚਾਈਨਾ ਨੇ ਇਹੀ ਬਣਾ ਲਈ ਪੂਰੇ ਵਰਲਡ 'ਚ ਕਿ ਸਭ ਤੋਂ ਸਸਤਾ ਤੇ ਚਾਈਨਾ। ਤੇ ਕੀ ਇੰਡੀਆ ਦੇ ਵਿੱਚ ਵੀ ਇੱਦਾਂ ਦੀਆਂ ਕੁਝ ਚੀਜ਼ਾਂ ਹੋਣਗੀਆਂ ਇਸ ਕੋਵਿਡ ਤੋਂ ਬਾਅਦ? ਉਹਦੇ ਵਾਸਤੇ ਸਰ ਫਿਰ ਅਗੇਨ ਵੀ ਸਾਨੂੰ ਆਪਣੀ ਕੁਆਂਟੀਟੀ ਵਧਾਉਣੀ ਪਏਗੀ। ਚਾਈਨਾ ਸਸਤਾ ਕਿਉਂ ਦੇ ਦਿੰਦਾ ਹੈ, ਉਹਦਾ ਇੱਕ ਰੀਜ਼ਨ ਹੈ ਜੀ। ਅਗਰ ਚਾਈਨਾ ਨੇ ਕਿਸੇ ਯੂਰਪ ਦੇ ਬਾਇਰ ਤੋਂ ਕੋਈ ਆਰਡਰ ਪਕੜਿਆ ਜੀ, ਉਹਨੇ ਲੈਟਸ ਸੇ ਇੱਕ ਗਾਰਮੈਂਟ ਹੈ, ਉਹਨੂੰ ਉਹਦਾ 50,000 ਪੀਸ ਦਾ ਆਰਡਰ ਆਇਆ ਤੇ ਡੈਫੀਨੇਟਲੀ ਉਹ ਆਪਣੀ ਕੈਲਕੂਲੇਸ਼ਨ ਕਰਨਗੇ ਜਿੰਨਾ ਵੀ ਉਹਦੇ ਵਾਸਤੇ ਧਾਗੇ ਦੀ ਪ੍ਰੋਕਿਉਰਮੈਂਟ ਹੈ, ਉਹ ਧਾਗਾ ਜਦੋਂ ਵੀ ਡਾਈਂਗ ਤੇ ਜਾਏਗਾ ਉਹ 50,000 ਪੀਸ ਦਾ ਐਗਜ਼ੈਕਟ ਬਣ ਕੇ ਕਦੀ ਵੀ ਨਹੀਂ ਜਾ ਸਕਦਾ। ਬਿਲਕੁਲ ਠੀਕ ਹੈ। ਤੇ ਉਹਦੇ ਵਿੱਚ ਡੈਫੀਨੇਟਲੀ ਥੋੜੀ ਕੁਆਂਟੀਟੀ ਵਧਾ ਕੇ ਹੀ ਉਹ ਸਾਰਾ ਕੁਝ ਤਿਆਰੀ ਕੀਤੀ ਜਾਂਦੀ ਹੈ, ਬਿਕੋਜ਼ ਇਹ ਹੌਜ਼ਰੀ ਦੇ ਵਿੱਚ देयर इज ਲੋਟ ਆਫ ਰਿਜੈਕਸ਼ਨ ਆਲਸੋ। ਬਿਲਕੁਲ ਠੀਕ ਹੈ ਜੀ। ਤੇ ਉਹ ਹੁਣ ਜਦੋਂ ਐਂਡ ਦੇ ਉੱਤੇ ਜਦੋਂ 50,000 ਪੀਸ ਉਹਨਾਂ ਦਾ ਕੰਪਲੀਟ ਹੋਇਆ ਤੇ 50,000 ਤੋਂ ਐਕਸਟਰਾ ਜਿਹੜਾ ਹੈਗਾ ਉਹ 300 ਪੀਸ ਬਣ ਰਿਹਾ, 400 ਬਣ ਰਿਹਾ, ਉਹ ਆਪਣਾ ਉਹਨੂੰ ਰੋਕਦੇ ਨਹੀਂ, ਉਹ ਤਿਆਰ ਕਰ ਦਿੰਦੇ ਨੇ ਜੀ। ਔਰ ਉਹ 300-400 ਪੀਸ ਜਿਹੜਾ ਹੁੰਦਾ ਦੈਟ ਇਜ਼ ਨਾਟ ਕੰਸੀਡਰਡ ਐਜ਼ ਪਾਰਟ ਆਫ ਦੈਟ ਪਿਓਰ ਸ਼ਿਪਮੈਂਟ। ਉਹਨੂੰ ਫਿਰ ਉਹ ਕਿਸੇ ਵੀ ਭਾਅ ਵੇਚ ਦਿੰਦੇ ਨੇ ਬਿਕੋਜ਼ ਉਹ ਬਚਿਆ ਹੋਇਆ ਲੋਟ ਹੈ ਉਹਨਾਂ ਵਾਸਤੇ, ਉਹਨਾਂ ਦਾ ਕਿਸੇ ਯੂਜ਼ ਦਾ ਨਹੀਂ ਹੈ। ਤਾਂ ਹੀ ਆਪਾਂ ਲੋਕ ਜਿਹੜੇ ਕਹਿੰਦੇ ਜੇ ਤੁਸੀਂ ਅੱਜ ਸਪੈਸੀਫਿਕਲੀ ਇੱਕ ਗਾਰਮੈਂਟ ਸੈਂਪਲ ਲੈ ਕੇ ਜਾਓ, ਉਹਨੂੰ ਕਹੋ ਜੀ ਇਹ ਸੇਮ ਬਣਾ ਕੇ ਦੇ, ਤੇ ਉਹਦਾ ਪ੍ਰਾਈਸ ਡਿਫਰੈਂਟ ਹੋਏਗਾ। ਜਿਹੜਾ ਰੈਡੀ ਸਟਾਕ ਉਹਨਾਂ ਕੋਲ ਪਿਆ ਉਹ ਦੈਟ ਇਜ਼ ਅ ਡਿਫਰੈਂਟ ਥਿੰਗ। ਓਕੇ, ਸੋ ਫਾਈਨਲੀ ਤੁਸੀਂ ਲੁਧਿਆਣਾ ਦੀ ਇੰਡਸਟਰੀ ਨੂੰ, ਟ੍ਰੇਡ ਨੂੰ, ਇਸ ਹੌਜ਼ਰੀ ਇੰਡਸਟਰੀ ਟ੍ਰੇਡ ਨੂੰ, ਜਿਹੜਾ ਕਿ ਕਹਿੰਦੇ ਆ ਕਿ ਇਹ ਵਰਲਡ ਫੈਸ਼ਨ ਨੂੰ ਲੀਡ ਕਰਦੀ ਹੈ, ਤੇ ਇਹਨੂੰ ਕੀ ਮੈਸੇਜ ਦੇਣਾ ਚਾਹੋਗੇ ਫॉर ਅ ਬਿਜ਼ਨਸ? ਭਾਜੀ ਮੇਰਾ ਤੇ ਇਹੀ ਮੈਸੇਜ ਹੈ ਜੀ, ਮੈਂ ਸਾਰੇ ਭਰਾਵਾਂ ਨੂੰ ਆਪਣੇ ਜਿਹੜੇ ਇਸ ਇੰਡਸਟਰੀ ਦੇ ਵਿੱਚ ਹੈਗੇ ਨੇ ਉਹਨਾਂ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਾਂਗਾ ਕਿ ਆਪਣਾ ਮਾਈਂਡ ਸੈਟ ਔਰ ਆਪਣੀ ਮਿਹਨਤ ਹੋਰ ਵਧਾਓ, ਤਾਂ ਕਿ ਆਪਾਂ ਵੀ ਸ਼ੁੱਡ ਬੀ ਨੋਨ ਐਜ਼ ਅ ਮਿਲਾਨ। ਜਿਸ ਤਰ੍ਹਾਂ ਹੈਗਾ ਫੈਸ਼ਨ ਇੰਡਸਟਰੀ ਨੂੰ ਕ੍ਰੀਏਟ ਕਰਨ ਵਾਲਾ ਮਿਲਾਨ ਹੈ, ਤੇ ਮਿਲਾਨ ਤੋਂ ਅੱਗੇ ਸਾਡਾ ਪਹਿਲਾ ਨੰਬਰ ਜਿਹੜਾ ਹੈ ਲੁਧਿਆਣਾ ਦਾ ਆਉਣਾ ਚਾਹੀਦਾ ਜੀ। ਇਹ ਇੱਕ ਡ੍ਰੀਮ ਵੀ ਹੈ ਔਰ ਡੈਫੀਨੇਟਲੀ ਮੈਨੂੰ ਲੱਗਦਾ ਕਿ ਇਹ ਚੀਜ਼ ਪੋਸੀਬਿਲਿਟੀ ਹੈਗੀ ਹੈ ਕਿ ਐਵੇਂ ਹੀ ਖਾਲੀ ਤੁਸੀਂ ਸਲਾਹ ਹੀ ਦੇਤੀ? ਨਹੀਂ ਸਰ, ਇਹ ਡੈਫੀਨੇਟਲੀ ਪੋਸੀਬਲ ਹੈਗਾ ਜੇ ਆਪਾਂ ਮਿਹਨਤ ਕਰਾਂਗੇ ਤਾਂ। ਤੇ ਉਹਦੇ ਲਈ ਕੀ ਉਹਨਾਂ ਨੂੰ ਕਰਨਾ ਪਏਗਾ? ਮਿਹਨਤ ਕਰਨੀ ਪਏਗੀ, ਮਾਈਂਡਸੈਟ ਆਪਣਾ ਚੇਂਜ ਕਰਨਾ ਪਏਗਾ। ਤੁਸੀਂ ਆਪੇ ਤਾਂ ਕਿਹਾ ਇੰਡੀਅਨ ਵੈਸੇ ਹੀ ਮਿਹਨਤੀ ਹੈ। ਬਿਲਕੁਲ ਮਿਹਨਤੀ ਹੈਗਾ, ਥੋੜਾ ਜਿਹਾ ਮਾਈਂਡਸੈਟ ਵੀ ਨਾਲ ਚੇਂਜ ਹੋਏਗਾ, ਡਾਇਰੈਕਸ਼ਨ 'ਚ ਮਿਹਨਤ ਕਰਨੀ ਪਏਗੀ। ਬਿਲਕੁਲ ਸਹੀ ਗੱਲ ਹੈ ਜੀ। ਥੈਂਕ ਯੂ ਸਰ। ਥੈਂਕ ਯੂ ਸਰ। ਤੇ ਦੋਸਤੋ ਇਹ ਸੀਗੇ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਬੜਾ ਕਲੀਅਰ ਦੱਸਿਆ ਕਿ ਕਿੱਦਾਂ ਸਾਡੀ ਹੌਜ਼ਰੀ ਇੰਡਸਟਰੀ ਨੂੰ, ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨੂੰ, ਜਿਹੜਾ ਇੱਕ ਤਾਂ ਪਹਿਲਾਂ ਵਿਜ਼ਨ ਆਪਣਾ ਵਰਲਡ ਦਾ ਵਿਕਸਿਤ ਕਰਨਾ ਚਾਹੀਦਾ, ਮਤਲਬ ਕਿ ਮਿਲਾਨ ਜਿੱਥੋਂ ਕਿ ਫੈਸ਼ਨ ਸ਼ੁਰੂ ਹੁੰਦਾ ਉਸ ਲੈਵਲ ਤੇ ਪਹੁੰਚਣ ਦਾ ਇੱਕ ਆਪਣਾ ਟਾਰਗੇਟ ਸੈੱਟ ਕਰਨਾ ਪਏਗਾ। ਤੇ ਜੇ ਟਾਰਗੇਟ ਸੈੱਟ ਕਰਨ ਤੋਂ ਬਾਅਦ ਇੱਕ ਆਪਣਾ ਵਰਕ ਕਲਚਰ ਵੀ ਸੁਧਾਰਨ ਦੀ ਲੋੜ ਹੈ। ਤੇ ਕੋਈ ਵੱਡੀ ਗੱਲ ਨਹੀਂ ਕਿ ਇੰਡੀਆ ਜਿਹੜਾ ਕਿ ਫੈਸ਼ਨ ਇੰਡਸਟਰੀ 'ਚ ਮਾਨਚੈਸਟਰ ਕਿਹਾ ਜਾਂਦਾ ਹੈ, ਉਸ ਚੀਜ਼ ਨੂੰ ਵੀ ਆਪਣੀ ਬਰਕਰਾਰ ਰੱਖ ਸਕਦਾ ਤੇ ਆਪਣੀ ਪਹਿਚਾਣ ਨੂੰ ਇਨੋਵੇਸ਼ਨ ਪ੍ਰੋਡਕਟਸ 'ਚ ਵੀ ਹੋਰ ਮਜ਼ਬੂਤ ਕਰ ਸਕਦਾ। ਇੱਦਾਂ ਹੀ ਹੋਰ ਵੀ ਚੀਜ਼ਾਂ ਲਈ ਤੁਹਾਨੂੰ ਜਾਣੂ ਕਰਾਉਂਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।